ਪੰਜਾਬੀ ਰੇਡੀਓ USA ਸੁਣ ਰਹੇ ਹੋ। ਸ਼ਾਮ ਨੂੰ ਤੁਸੀਂ ਅਪਡੇਟ ਕੈਨੇਡਾ ਦੀ ਸੈਗਮੈਂਟ ਦੇ ਵਿੱਚ ਅੱਜ ਤੁਹਾਡੀ ਮੁਲਾਕਾਤ ਕਰਾਵਾਂਗੇ ਇੱਕ ਸਿੱਖ ਵਿਦਵਾਨ ਨਾਲ, ਜਿਹੜੇ ਕਿ ਕੈਨੇਡੀਅਨ ਸਿੱਖ ਸਟੱਡੀ ਸਰਕਲ ਦੇ ਨਾਲ ਜੁੜੇ ਹੋਏ ਨੇ, ਪੂਰਨ ਸਿੰਘ ਜੀ। ਉਹਨਾਂ ਦੇ ਨਾਲ ਇੱਕ ਖਾਸ ਮੁੱਦੇ 'ਤੇ ਗੱਲਬਾਤ ਹੋਵੇਗੀ। ਅਯੋਧਿਆ ਦਾ ਮਾਮਲਾ ਕਾਫੀ ਭਖਿਆ ਹੋਇਆ, ਖਾਸ ਤੌਰ 'ਤੇ ਜੱਜਮੈਂਟ 'ਤੇ ਆਉਣ ਤੋਂ ਪਿੱਛੋਂ ਸਿੱਖ ਭਾਈਚਾਰੇ ਵਿੱਚ ਰੋਸ ਹੈ। ਜੱਜਮੈਂਟ ਦੇ ਵਿੱਚ ਕੁਝ ਅਜਿਹੀਆਂ ਕੱਚੀਆਂ ਜਰਮ ਸਾਖੀਆਂ ਦੇ ਹਵਾਲੇ ਦਿੱਤੇ ਗਏ ਨੇ ਜਿਹੜੀਆਂ ਦਾਅਵੇ ਕਰਦੀਆਂ ਨੇ ਕਿ ਗੁਰੂ ਨਾਨਕ ਦੇਵ ਜੀ ਨੇ ਰਾਮ ਮੰਦਰ ਦੇ ਦਰਸ਼ਨ ਕੀਤੇ ਸੀ। RSS ਵੱਲੋਂ ਵੀ ਪ੍ਰਚਾਰ ਕੀਤਾ ਜਾਂਦਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਅਯੋਧਿਆ ਦੇ ਇਸ ਰਾਮ ਜਨਮ ਭੂਮੀ ਮੰਦਰ ਦੀ ਮੁਕਤੀ ਦੇ ਲਈ ਫੌਜਾਂ ਭੇਜੀਆਂ ਸਨ। ਇਸ ਦੇ ਬਾਰੇ ਜਿਹੜਾ ਸਿੱਖ ਨਜ਼ਰੀਆ ਹੈ ਉਹ ਕੀ ਹੈ, ਔਰ ਜਿਹੜੇ ਇਹ ਸਵਾਲ ਨੇ ਕਿਸ ਆਧਾਰ 'ਤੇ ਖੜ੍ਹੇ ਕੀਤੇ ਗਏ ਨੇ, ਇਸ ਦੇ ਬਾਰੇ ਪੂਰਨ ਸਿੰਘ ਜੀ ਦੇ ਨਾਲ ਖਾਸ ਗੱਲਬਾਤ, ਜਿਨ੍ਹਾਂ ਦੇ ਵਿਸ਼ੇ 'ਤੇ ਪਕੜ ਹੈ। ਪੂਰਨ ਸਿੰਘ ਜੀ, ਸਾਡੇ ਪ੍ਰੋਗਰਾਮ ਵਿੱਚ ਤੁਹਾਨੂੰ ਬਹੁਤ ਨਿੱਘੀ ਜੀ ਆਇਆ। ਹਾਂਜੀ, ਤੁਹਾਡਾ ਵੀ, ਤੁਹਾਡੇ ਸਰੋਤਿਆਂ ਦਾ ਤੇ ਧੰਨਵਾਦ ਜੋ ਤੁਹਾਨੂੰ ਬੜੇ ਠੱਟ ਕੇ ਸੁਣਦੇ ਨੇ। ਮਿਹਰਬਾਨੀ ਸੋ ਪੂਰਨ ਸਿੰਘ ਜੀ, ਸਾਨੂੰ ਦੱਸੋ ਕਿ ਜਿਹੜਾ ਇਸ ਕਿਸਮ ਦੀ ਜਿਹੜੀ ਪ੍ਰਚਾਰ ਹੋਇਆ ਕਿ ਗੁਰੂ ਨਾਨਕ ਸਾਹਿਬ ਜੀ ਦਰਸ਼ਨਾਂ ਲਈ ਗਏ, ਉਸ ਤੋਂ ਬਾਅਦ RSS ਵਾਲੇ ਕਾਫੀ ਲੰਮੇ ਸਮੇਂ ਤੋਂ ਪ੍ਰਚਾਰ ਕਰਦੇ ਆ ਰਹੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਫੌਜਾਂ ਘੱਲੀਆਂ ਸੀਗੀਆਂ, ਇਹ ਜਿਹੜੀਆਂ ਗੱਲਾਂ ਨੇ, ਸਾਖੀਆਂ ਨੇ, ਇਹਨਾਂ 'ਚ ਸੱਚਾਈ ਕੀ ਹੈ? ਥੋੜ੍ਹਾ ਇਸ ਦੇ ਬਾਰੇ ਚਾਨਣਾ ਪਾਓ। ਦੇਖੋ, ਪਹਿਲੀ ਗੱਲ ਤਾਂ ਸਾਨੂੰ ਗੁਰੂ ਨਾਨਕ ਸਾਹਿਬ ਦੀ ਜਿਹੜੀ ਉਹਨਾਂ ਦੀ ਸੋਚ ਆ, ਜੇ ਅਸੀਂ ਉਹ ਤੇ ਕੇਂਦਰਿਤ ਰਹੀਏ, ਉਹਨਾਂ ਦੇ ਰੱਬ ਬਾਰੇ ਕੇਂਦਰਿਤ, ਜਾਂ ਅਸੀਂ ਕਿ ਅਯੂਨੀ ਆ, ਜੇ ਅਸੀਂ ਦੇਵਤਿਆਂ ਨੂੰ ਰੱਬ ਕਰਕੇ ਪੂਜਦੇ ਨੇ, ਗੁਰੂ ਸਾਹਿਬ ਨੇ ਰਿਜੈਕਟ ਕਰ ਦਿੱਤਾ। ਗੁਰੂ ਸਾਹਿਬ ਨੇ ਗਏ, ਗੁਰੂ ਗੋਬਿੰਦ ਸਿੰਘ ਬਾਰੇ ਤਾਂ ਕੋਈ ਆਉਂਦਾ ਨਹੀਂ, ਹੋ ਸਕਦਾ ਗੁਰੂ ਪਹਿਲੀ ਉਦਾਸੀ ਬਾਰੇ ਜੇਕਰ ਆਉਂਦਾ ਥੋੜ੍ਹਾ, ਗੁਰੂ ਨਾਨਕ ਸਾਹਿਬ ਗਏ ਨੇ ਅਯੁੱਧਿਆ, ਪਰ ਉਹਨਾਂ ਦਾ ਜਿਹੜਾ ਮਨੋਰਥ ਹੁੰਦਾ ਸੀ, ਉਹਨਾਂ ਨਾਲ ਗੋਸ਼ਟੀ ਕਰਦੇ ਸੀ। ਦੇਖੋ ਹੁਣ ਆਹ ਗੁਰੂ ਨਾਨਕ ਸਾਹਿਬ ਦੀ ਆਸਾ ਦੀ ਵਾਰ ਆ, ਉੱਥੇ ਕਰਦੇ ਨੇ, ਵਿਅੰਗ ਕਰਦੇ ਨੇ, ਨਾਨਕ ਨਿਰਭਉ ਨਿਰੰਕਾਰ, ਹੋਰ ਕੀਤੇ ਰਾਮ ਰਵਾਲ, ਕੀਤੀਆਂ ਕੰਨ ਕਹਾਣੀਆਂ, ਕੀਤੇ ਵੇਦ ਵਿਚਾਰ, ਕੀਤੇ ਨੱਚੇ ਮੰਗਤੇ, ਰਾਮਲੀਲਾ ਵਗੈਰਾ ਤੇ ਵਿਅੰਗ ਕੀਤੇ ਉਹਨਾਂ ਨੇ। ਬੈਨ ਚੇਲੇ ਨੱਚਣ ਗੌਰ ਪੈਰ ਲੈਣ ਫੇਰਨ ਸਿਰ, ਇਹ ਨਹੀਂ ਹੋ ਸਕਦਾ ਵੀ ਉਹ ਕੋਈ ਸ਼ਰਧਾ ਰੱਖਦੇ ਸੀ। ਉਹਨਾਂ ਨੇ ਸਮਝ ਤਾਂ ਉਹਨਾਂ ਲੋਕਾਂ ਨੂੰ ਸਿੱਧੇ ਰਾਹ ਪਾਇਆ। ਜਿੱਥੇ ਵੀ ਗਏ ਨੇ, ਜਿੱਥੇ ਜਗਨਨਾਥਪੁਰੀ ਗਏ ਨੇ, ਉਹ ਅੱਜ ਵੀ ਉਹ ਕਰਦੇ ਨੇ, ਬੰਦ ਨਹੀਂ ਹੋਏ। ਉਹ ਜਿਹੜੀ ਆਰਤੀ ਕਰਦੇ ਨੇ, ਆਰਤੀ ਤਾਂ ਜਿਵੇਂ ਸਿੱਖ ਵੀ ਕਮਲੇ ਉਹ ਵੀ ਕਰਨ ਲੱਗੇ ਨੇ, ਤੇ ਗੁਰੂ ਨਾਨਕ ਸਾਹਿਬ ਨੇ ਉਹ ਰਿਜੈਕਟ ਕਰਤੇ। ਉਹਨਾਂ ਨੇ ਸੋਚ, ਗਗਨ ਮੈਂ ਥਾਰ ਰੱਬ ਚੰਦ ਦਿਖ ਬਣੇ, ਵੀ ਆਰਤੀ ਤਾਂ ਕਿਹਦੀ ਕਰਦੇ ਹੋ ਤੁਸੀਂ? ਪਰਮਾਤਮਾ ਤਾਂ ਅਦ੍ਰਿਸ਼ਟ ਆ, ਉਹਦੀ ਆਰਤੀ ਆਪਣੇ ਆਪ ਹੋ ਰਹੀ ਆ। ਠੀਕ ਆ, ਤੇ ਇਹ ਜਿਹੜੀ ਗੱਲਾਂ ਜਾਣ ਬੁੱਝ ਕੇ ਕੀਤੀ ਜਾ ਰਹੀਆਂ, ਇਹ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਾਨੂੰ ਉਹਨੂੰ ਹੀ ਆਧਾਰ ਮੰਨਣਾ ਪਵੇਗਾ। ਤੇ ਗੁਰੂ ਸਾਹਿਬ ਨੇ ਕਦੇ ਕਿਸੇ ਤੇ, ਹਾਂ, ਜੇ ਕੋਈ ਵਿਚਾਰ ਕੋਈ ਚੰਗੀ ਲੱਗੀ ਵਿਦਵਾਨਾਂ ਨਾਲ ਗੋਸ਼ਟੀ ਸਮੇਂ, ਤੇ ਮੇਰਾ ਖਿਆਲ ਨਹੀਂ ਉਹਨਾਂ ਦੇ ਕੋਈ ਕਿਸੇ ਵਿਚਾਰ ਨਾਲ ਘਾਇਲ ਹੋਏ ਨੇ। ਉਹ ਚਾਹੇ ਜੋਗੀਆਂ ਕੋਲ ਗਏ ਨੇ, ਚਾਹੇ ਉਹ ਮੰਦਿਰਾਂ 'ਚ ਗਏ ਨੇ, ਚਾਹੇ ਪੁਜਾਰੀਆਂ ਕੋਲ ਗਏ ਨੇ, ਚਾਹੇ ਕਾਬਾ, ਮੱਕਾ, ਤੇ ਭਾਈ ਗੁਰਦਾਸ ਤੇ ਕਹਿੰਦੇ ਉਹ ਲਵਾਦਤਾ ਦਿੱਤੀ ਹੈਗੀ ਗੁਰੂ ਨਾਨਕ ਸਾਹਿਬ ਨੇ, ਆਪਣਾ ਕੀਤੋ ਸ ਆਪਣਾ ਪੰਥ ਨਿਰਾਲਾ। ਠੀਕ ਨਾ, ਤੇ ਆਪਣੇ ਗਿਆਨ ਨਾਲ ਉਹਨਾਂ ਨੂੰ ਸਿੱਧੇ ਰਾਹ ਪਾਇਆ ਸੀ। ਠੀਕ ਆ, ਇਹ ਵੱਖਰੀ ਗੱਲ ਹੈ ਕਿ ਤੁਸੀਂ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਨੂੰ ਮੰਨਿਆ ਨਹੀਂ, ਤੇ ਪਰ ਜਿਹੜੇ ਅੱਜ ਸਿੱਖ ਦਿਸਦੇ ਨੇ, ਚਾਹੇ 2 ਕਰੋੜ ਨੇ, ਚਾਹੇ 15 ਕਰੋੜ ਨੇ ਸਿਗਲੀ ਘਰ, ਇਹ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨਾਲ ਹੀ ਘਾਇਲ ਹੋਏ ਨੇ। ਤੇ ਗੁਰੂ ਨਾਨਕ ਸਾਹਿਬ ਤਾਂ ਇਕੱਲੇ ਸੀ, ਖੱਤਰੀ ਪਰਿਵਾਰ 'ਚ ਪੈਦਾ ਹੋਏ ਨੇ, ਪਰ ਉਹ ਆਪਣੇ ਆਪ ਨੂੰ ਕਹਿਤਾ ਨਾ ਹਮ ਹਿੰਦੂ ਨਾ ਮੁਸਲਮਾਨ, ਤੇ ਇਹਦੀ ਗਾਂ ਪੁਸ਼ਟੀ ਕਰਦੇ ਨੇ, ਨਾ ਹੱਜ ਕਾਬੇ ਜਾਊਂ ਗੁਰੂ ਅਰਜਨ ਸਾਹਿਬ, ਨਾ ਹੱਜ ਕਾਬੇ ਜਾਊਂ, ਨਾ ਤੀਰਥ ਪੂਜਾ, ਇੱਕੋ ਸਹੀ ਅਵਰ ਨਾ ਦੂਜਾ। ਮਤਲਬ ਇੱਕ ਪਰਮਾਤਮਾ ਨੇ ਸਿਮਰਨ ਕਰਦਾ, ਨਾ ਮੈਂ ਕਾਬੇ ਜਾਣਾ, ਨਾ ਮੈਂ ਹੱਜ ਕਰਦਾ, ਨਾ ਤੀਰਥਾਂ ਤੇ ਜਾਣਾ। ਤੇ ਇਦੋਂ ਹੋਰ ਸਪਸ਼ਟ ਸਿਧਾਂਤ ਸਾਡੇ ਕੋਲ ਕੀ ਹੈ? ਜੇ ਤੁਸੀਂ ਅੱਜ ਵੀ ਖਿੱਚ ਦੋ ਕਿ ਕਹੋ ਜਿਵੇਂ ਉਹ ਚੇਲੇ ਬਣ ਗਏ, ਉਹਦੇ ਪੂਜਾ ਕਰਨ ਲੱਗੇ ਗੁਰੂ ਗੋਬਿੰਦ ਸਿੰਘ ਨੇ, ਇਹ ਹੋ ਹੀ ਨਹੀਂ ਸਕਦਾ। ਦੇਖੋ, ਮਨੁੱਖੀ ਅਧਿਕਾਰਾਂ ਦੀ ਖਾਤਰ ਜੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਕਸ਼ਮੀਰੀ ਪੰਡਤ ਆਉਂਦੇ ਨੇ, ਉਹਨਾਂ ਦੀ ਖਾਤਰ ਜੇ ਆਵਾਜ਼ ਬੁਲੰਦ ਕਰਦੇ ਨੇ, ਇੱਕ ਸਿਧਾਂਤ ਸੀ, ਸਿੱਖੀ ਸਿਧਾਂਤ। ਤੇ ਕਿਸੇ ਵਕਤ ਗੁਰੂ ਨਾਨਕ ਸਾਹਿਬ ਉਹ ਜੰਜੂ ਨੂੰ ਨਕਾਰਦੇ ਨੇ, ਤੇ ਕਿਸੇ ਵਕਤ ਉਹ ਜੰਜੂ ਦੀ ਰਾਖੀ ਕਰਦੇ ਨੇ। ਉਹ ਸਿਧਾਂਤ ਆਧਾਰਿਤ ਇਹ ਉਹਨਾਂ ਨੇ ਜੋ ਕਾਰਜ ਕੀਤੇ ਨੇ, ਉਹ ਇਤਿਹਾਸ ਦੇ ਵਿੱਚ ਅੰਦਰ ਦਰਜ ਨੇ।
ਸੋ ਪੂਰਨ ਸਿੰਘ ਜੀ, ਜਿਹੜੇ ਪ੍ਰਚਾਰ ਜਿਹੜਾ ਹੋਇਆ, ਜਿਹੜੀਆਂ ਵੀ ਜਨਮ ਸਾਖੀਆਂ ਦੇ ਆਧਾਰ 'ਤੇ ਹੋਇਆ ਜਾਂ ਮੌਖਿਕ ਜਿਹੜੀਆਂ ਇਸ ਕਿਸਮ ਦੀਆਂ ਕਹਾਣੀਆਂ ਦੇ ਆਧਾਰ 'ਤੇ ਹੋਇਆ, ਇਹਦੇ ਬਾਰੇ ਤੁਹਾਨੂੰ ਕੋਈ ਰਾਏ ਜਾਣਨੀ ਚਾਹੁੰਦਾ ਕਿ ਇਹ ਕੋਈ ਨਵੀਂ ਗੱਲ ਤਾਂ ਹੈ ਨਹੀਂ। ਅਸੀਂ ਕਈ ਲੰਮੇ ਸਮੇਂ ਤੋਂ ਸੁਣਦੇ ਆ ਰਹੇ ਹਾਂ। RSS ਦਾ ਖਾਸ ਤੌਰ 'ਤੇ ਇਹੀ ਜ਼ੋਰ ਰਿਹਾ ਕਿ ਜਿਹੜੇ ਸਿੱਖ ਨੇ ਇਹ ਹਿੰਦੂਆਂ ਦੀ ਪਨੀਰੀ ਨੇ, ਔਰ ਜਿਹੜਾ ਸਿੱਖ ਜਿਹੜਾ ਧਰਮ ਹੈ ਇੱਕ ਸੰਪਰਦਾ ਹੈ ਹਿੰਦੂ ਭਾਈਚਾਰੇ ਦੀ, ਔਰ ਇਹ ਪ੍ਰਚਾਰ ਕਾਫੀ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ। ਮਤਲਬ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਫੌਜਾਂ ਭੇਜਣੀਆਂ ਜਾਂ ਗੁਰੂ ਨਾਨਕ ਸਾਹਿਬ ਦਾ ਉੱਥੇ ਜਾਣਾ, ਦਰਸ਼ਨ ਕਰਨੇ, ਇਸ ਕਿਸਮ ਦੀ ਗੱਲਬਾਤ ਉਸ ਵੱਡੇ ਇੱਕ ਨੈਰੇਟਿਵ ਦਾ ਹਿੱਸਾ ਹੈ। ਉਹਦੇ ਬਾਰੇ ਮੈਂ ਤੁਹਾਨੂੰ ਕੋਲ ਜ਼ਰੂਰ ਜਾਣਨਾ ਚਾਹੁੰਦਾ ਕਿ ਤੁਹਾਨੂੰ ਕੀ ਲੱਗਦਾ ਕਿ ਉਹ ਕਿਸ ਆਧਾਰ ਦੇ ਉੱਤੇ ਇਸ ਕਿਸਮ ਦੇ ਦਾਅਵੇ ਕਰ ਰਹੇ ਨੇ? ਉਹਨਾਂ ਦਾ ਆਧਾਰ ਕੀ ਉਹਨਾਂ ਦਾਅਵਿਆਂ ਦਾ? ਉਹਨਾਂ ਦਾ ਆਧਾਰ ਤਾਂ ਫੋਕੀ ਸਾਖੀਆਂ ਬਾਅਦ ਵਿੱਚ ਲਿਖਾਈਆਂ ਗਈਆਂ। ਮੈਨੂੰ ਇੱਕ ਗੱਲ ਯਾਦ ਆ ਗਈ, ਕਿਸੇ ਨੇ ਕੋਈ ਕਥਾ ਕਰਦੇ ਸੀ ਗ੍ਰੰਥੀ ਸੇ ਨਿਊ ਵੈਸਟਮਿੰਸਟਰ, ਤੇ ਕਹਿੰਦੇ ਸੀ ਗੁਰੂ ਨਾਨਕ ਸਾਹਿਬ ਨੇ ਤਾਂ ਪਹਿਲਾਂ ਲਿਖਿਆ ਹੋਇਆ ਪੁਰਾਣ ਚ ਕਿਸੇ ਚ। ਤੇ ਉਹ ਕਿਸੇ ਨੇ ਵਿਦਵਾਨ ਨੂੰ ਸਵਾਲ ਪੁੱਛਿਆ, ਪਿਆਰਾ ਸਿੰਘ ਪਦਮ, ਉਹ ਕਹਿੰਦੇ ਜੀ ਫਿਰ ਕਦੋਂ ਰਾਜ ਹੋਊ ਸਿੱਖਾਂ ਦਾ? ਉਹ ਕਹਿੰਦੇ ਜਦੋਂ ਕੋਈ ਹੋਰ ਪੁਰਾਣਾ ਕੋਈ ਇਹੋ ਜਿਹੀ ਕਥਾ ਗੱਪ ਮਾਰੂਗਾ ਉਦੋਂ ਹੋਊਗਾ। ਇਹ ਅੱਜ ਵੀ ਹੋ ਰਿਹਾ, ਗੱਪਾਂ ਘੜੀਆਂ ਜਾ ਰਹੀਆਂ, ਇਤਿਹਾਸ ਨੂੰ ਵਿਗਾੜਿਆ ਜਾ ਰਿਹਾ। ਜਿਵੇਂ ਇੱਕ ਮੈਨੂੰ ਤਾਂ ਯਾਦ ਨਹੀਂ ਹੁੰਦਾ, ਉਹ ਸੰਪਾਦਕ ਦਾ ਤੇ ਪ੍ਰੈਸ ਕਾਨਫਰੰਸ ਵੀ ਆਇਆ ਸੀ, ਬਹੁਤ ਵੱਡਾ ਉਹ ਹਿੰਦੂ ਹਾਲਾਂਕਿ ਜਾਤੀ ਦਾ ਸੰਬੰਧ ਰੱਖਦੇ ਸੀ, ਇਹ ਬਹੁਤ ਵੱਡਾ ਇੱਕ ਗਲਤ ਕਦਮ ਪੁੱਟਿਆ ਜਾ ਰਿਹਾ। ਤੁਸੀਂ ਇਤਿਹਾਸ ਨੂੰ ਆਪਣੇ ਤੌਰ ਤੇ ਲਿਖਾ ਰਹੇ ਹੋ, ਠੀਕ ਹੈ ਨਾ, ਆਪਣੀ ਮਰਜ਼ੀ ਨਾਲ ਲਿਖਾ ਰਹੇ ਹੋ। ਇਹਦਾ ਸਰੋਤ ਕਿੱਥੋਂ ਲਾਉਂਗੇ ਤੁਸੀਂ? ਠੀਕ ਹੈ, ਅੱਜ ਦਾ ਅਸੀਂ ਤਾਂ ਕੁਝ ਸਾਡਾ ਬਚਾਅ ਹੈਗਾ ਕਿ ਸਾਡਾ ਇਤਿਹਾਸ ਕੁਝ ਮੁਸਲਮਾਨਾਂ ਨੇ ਲਿਖਿਆ, ਕੁਝ ਬ੍ਰਿਟਿਸ਼ ਵਾਲਿਆਂ ਨੇ ਲਿਖਿਆ, ਤੇ ਉਹਨਾਂ ਨੇ ਇਸ ਤਰ੍ਹਾਂ ਨਹੀਂ ਕੋਈ ਪ੍ਰੈਜੂਡਿਸ ਹੋ ਕੇ ਨਹੀਂ ਲਿਖਿਆ, ਜਿੰਨੀ ਇਨਫੋਰਮੇਸ਼ਨ ਲਿਖੀ ਹੈ ਠੀਕ ਲਿਖੀ ਹੈ। ਜੇ ਅੱਜ ਮਹਾਨ ਕੋਸ਼ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੇ ਭਾਈ ਕਾਹਨ ਸਿੰਘ ਨਾਭਾ ਨੂੰ ਹਿੰਦੂ ਪੁਜਾਰੀ ਸਾਬਤ ਕੀਤਾ ਜਾ ਰਿਹਾ ਜਤਨ ਉਹਨਾਂ ਦਾ, ਤੇ ਇਹ ਬੜੀ ਕੁਟਲ ਨੀਤੀਆਂ ਨੇ। ਸਾਨੂੰ ਇਹ ਤੇ ਅਵੇਅਰ ਹੋਣਾ ਪਵੇਗਾ। ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਜੋ ਸਿਧਾਂਤ ਆ, ਜੋ ਸਾਖੀ ਗੁਰੂ ਗ੍ਰੰਥ ਦੇ ਸਿਧਾਂਤ ਅਨੁਸਾਰ ਮੇਲ ਨਹੀਂ ਖਾਂਦੀ, ਉਹਨੂੰ ਰਿਜੈਕਟ ਕਰਨਾ ਪਵੇਗਾ। ਠੀਕ, ਇੱਕੋ ਮੈਨੂੰ ਜਿਹੜਾ ਆਉਂਦਾ, ਅਸੀਂ ਕਹਿੰਦੇ ਹੁਣ ਕਈ ਵਾਰੀ ਸਾਖੀ ਇਸ ਗੱਲ ਕਰਦੇ ਆ ਵੀ ਗੁਰੂ ਨਾਨਕ ਸਾਹਿਬ ਪ੍ਰਗਟੇ ਨੇ ਆਪ ਨਾਰਾਇਣ ਕਲਾਧਰ ਜਿਹੜਾ, ਤੇ ਪਰ ਗੁਰੂ ਅਰਜਨ ਸਾਹਿਬ ਦਾ ਸ਼ਬਦ ਆ, ਸੋ ਮੁਖ ਜਲੋ ਜੋ ਕਹੇ ਠਾਕਰ ਜੋਨੀ, ਉਹ ਮੂੰਹ ਹੀ ਛੱਡ ਜਾਵੇ ਜਿਹੜਾ ਕਹਿੰਦਾ ਪਰਮਾਤਮਾ ਕਿਸੇ ਮਨੁੱਖੀ ਜਨਮ ਲੈਂਦਾ। ਤੇ ਸਾਡੇ ਕੋਲ ਸਿਧਾਂਤ ਆਧਾਰ ਆ, ਮੂਲ ਮੰਤਰ ਸਾਡੇ ਕੋਲ ਹੈ, ਇਹ ਅਜੂਨੀ ਨਿਰਭਉ ਨਿਰਵੈਰ, ਸਾਡੀ ਤਾਂ ਕਸਵੱਟੀ ਸਾਡੇ ਕੋਲ ਆ। ਜੇ ਫਿਰ ਵੀ ਅਸੀਂ ਜਿਹੜੇ ਸਿੱਖ ਭੁੱਲੜ ਅਗਿਆਨਤਾ ਕਾਰਨ ਕਈ ਗੱਲਾਂ ਨੂੰ ਮੰਨ ਲੈਂਦੇ ਨੇ, ਉਹ ਬਹੁਤ ਵੱਡੀ ਕਮਜ਼ੋਰੀ ਆ। ਉਹਨਾਂ ਨੂੰ ਗੁਰੂ ਗ੍ਰੰਥ ਦੇ ਸਿਧਾਂਤ ਤੇ ਦ੍ਰਿੜ ਰਹਿਣਾ ਚਾਹੀਦਾ। ਤੇ ਸਾਨੂੰ ਕੋਈ ਵੀ ਜਿਹਨੇ ਝੂਠੀਆਂ ਕਹਾਣੀਆਂ ਇਸ ਤਰ੍ਹਾਂ ਉਹ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਪਹਿਲੇ ਤਾਂ ਸੱਚਾਰ ਬੰਦੇ ਅਸੀਂ ਬਣੀਏ, ਸੱਚਿਆਰ ਹੋਈਏ, ਤੇ ਸਾਡੇ ਅੰਦਰ ਨਿਰਵੈਰਤਾ ਨਿਰਭਉ ਦੀ ਗੱਲ ਆਵੇ, ਤਾਂ ਹੀ ਅਸੀਂ ਗੱਲ ਨੂੰ ਕਹਿ ਸਕਦੇ ਹਾਂ ਤੇ ਗੁਰੂ ਗ੍ਰੰਥ ਦਾ ਡਟ ਕੇ ਪ੍ਰਚਾਰ ਕਰ ਸਕਦੇ ਹਾਂ। ਠੀਕ ਨਾ, ਇਹ ਉਹਨਾਂ ਨੇ ਚਲੋ ਉਹ ਲਾਲਚ ਵਸ ਹੋ ਕੇ ਲੋਕ ਇੱਥੇ ਬਾਹਰ ਗੁਰਦੁਆਰਿਆਂ ਦੇ ਅੰਦਰ ਵੀ ਉਹਨਾਂ ਦੀ ਪੈਨੀਟ੍ਰੇਸ਼ਨ ਹੈਗੀ, ਉਹਨਾਂ ਦੀ ਹੈਗੀ ਘੁਸਪੈਠ ਹੈਗੀ, ਤੇ ਸਾਨੂੰ ਗੁਰੂ ਗ੍ਰੰਥ ਦੇ ਨਾਲ ਜੁੜਨਾ ਚਾਹੀਦਾ। ਗੁਰੂ ਗ੍ਰੰਥ ਦੇ ਸਿਧਾਂਤ ਆਪ ਪੜ੍ਹਨੇ ਚਾਹੀਦੇ ਆ, ਤੇ ਜੋ ਸਾਖੀ ਜੋ ਕੋਈ ਕਹਾਣੀਆਂ ਘੜੀਆਂ ਗਈਆਂ, ਤੇ ਗੁਰੂ ਸਾਹਿਬ ਇਹ ਨਹੀਂ ਹੋ ਸਕਦੇ ਕਿਸੇ ਜਾਤੀ ਦੀ ਖਾਤਰ, ਕਿਸੇ ਫਿਰਕੇ ਦੀ ਖਾਤਰ ਕਿਰਪਾਨਾਂ ਲੈ ਕੇ ਜਾਣਗੇ, ਨਹੀਂ, ਗੁਰੂ ਸਾਹਿਬ ਨੇ ਕਦੇ ਨਹੀਂ ਕੀਤਾ। ਜੇ ਇਤਿਹਾਸ ਅੰਦਰ ਦੇਖਿਆ ਜਾਵੇ ਤਾਂ ਗੁਰੂ ਸਾਹਿਬ ਦੀ ਜ਼ਿਆਦਾ ਜੰਗਾਂ ਹਿੰਦੂਆਂ ਨਾਲ ਹੋਈਆਂ, ਇੱਕ ਅੱਧੀ ਜੰਗ ਹੀ ਹੋਈ ਹੈ ਮੁਸਲਮਾਨ ਰੱਖ ਸਿੱਧੇ, ਅਦਰਵਾਈਜ਼ 22 ਧਾਰ ਦੇ ਰਾਜਾ ਨਾਲ ਹੀ ਹੋਈਆਂ ਜੋ ਬ੍ਰਾਹਮਣ ਦੀ ਪੂਜਾ ਕਰਦੇ ਸੀ। ਠੀਕ ਹੈ, ਇਹ ਸਾਡੇ ਪ੍ਰਚਾਰ ਹੀ ਕੀਤਾ ਗਿਆ ਵੀ ਮੁਸਲਮਾਨਾਂ ਨੂੰ ਦੂਰ ਕਰ ਦਿਓ, ਸਿੱਖਾਂ ਨੂੰ ਮੁਸਲਮਾਨਾਂ ਤੋਂ ਦੂਰ ਕਰ ਦਿਓ, ਇਹੋ ਜਿਹੀਆਂ ਕਹਾਣੀਆਂ ਘੜੀ ਗਈਆਂ, ਉਹ ਬੜੀਆਂ ਸਾਜ਼ਿਸ਼ ਨੀਤੀ ਅਧੀਨ ਘੜੀਆਂ ਗਈਆਂ ਸੀਗੀਆਂ। ਸਾਨੂੰ ਇਹ ਦੇਖਣਾ ਪਵੇਗਾ ਵੀ ਜਿਹੜੀ ਗੁਰਮਤ ਆ, ਸਾਡਾ ਕਿਸੇ ਨਾਲ ਵੈਰ ਵਿਰੋਧ ਨਹੀਂ, ਜੋ ਆਪਣਾ ਕੋਈ ਆਸਥਾ ਰੱਖਦਾ ਉਹ ਤੇ ਮੁਬਾਰਕ, ਪਰ ਸਾਡਾ ਵਿਸ਼ਵਾਸ ਇਹ ਆ। ਜਿਹੜਾ ਕਾਹਨ ਸਿੰਘ ਨਾਭਾ ਨੇ ਇੱਕ ਬਹੁਤ ਪਹਿਲਾਂ ਪੁਸਤਕ ਲਿਖੀ ਸੀ ਕਿ ਹਮ ਹਿੰਦੂ ਨਹੀਂ, ਹਾਂਜੀ, ਉਸ ਦੀ ਥੋੜ੍ਹਾ ਜਿਹਾ ਮੈਂ ਜਾਣਨਾ ਚਾਹੁੰਦਾ ਪਿੱਠ ਭੂਮੀ ਤੇ ਅੱਜ ਦੇ ਸਮੇਂ 'ਚ ਉਸਦੀ ਸਾਰਥਕਤਾ ਬਾਰੇ ਕੀ ਦੱਸਣਾ ਚਾਹੋਗੇ? ਕਿਉਂਕਿ ਇਹ ਜਿਹੜੇ ਸਵਾਲ ਉਦੋਂ ਖੜੇ ਕੀਤੇ ਗਏ ਜਿਸ ਦੇ ਕਰਕੇ ਉਹਨਾਂ ਨੇ ਕਾਹਨ ਸਿੰਘ ਉਹਨਾਂ ਨੇ ਕਿਤਾਬ ਲਿਖਣੀ ਪਈ ਉਹਨਾਂ ਨੂੰ, ਉਹ ਪਰਿਸਥਿਤੀਆਂ ਅੱਜ ਲੱਗਦਾ ਹੋਰ ਵੀ ਜ਼ਿਆਦਾ ਉਗੜਵੇਂ ਰੂਪ 'ਚ ਸਾਡੇ ਸਾਹਮਣੇ ਨੇ। ਕੀ ਕਹਿਣਾ ਚਾਹੋਗੇ, ਕੀ ਦੱਸਣਾ ਚਾਹੋਗੇ? ਮੈਂ ਅੱਜ ਦੀ ਹਾਲਾਤ ਤਾਂ ਬਹੁਤ ਜ਼ਿਆਦਾ, ਮੈਂ ਆਹ 3 ਨਵੰਬਰ ਨੂੰ 4 ਨਵੰਬਰ ਨੂੰ ਗੱਲ ਕਹੀ ਸੀ ਕਾਨਫਰੰਸ 'ਚ, ਜੇ ਅਸੀਂ ਗੁਰੂ ਨਾਨਕ ਸਾਹਿਬ ਦੀ ਵਿਵਸਥਾ ਉਸ ਵੇਲੇ ਵੀ ਬਹੁਤ ਆਪੋ ਵਿੱਚ ਲੜਾਈ ਖਿੱਚੋਤਾਣ ਸੀ, ਉਹ ਇੰਨੀ ਨਹੀਂ ਸੀ ਜਿੰਨੀ ਅੱਜ ਜੋਕੇ ਸਮੇਂ ਹੋ ਰਹੀ ਆ। ਜੇ ਅੱਜ ਜਸਵੰਤ ਸਿੰਘ ਖਾਲੜੇ ਦਾ ਕਤਲ ਕੀਤਾ ਜਾਂਦਾ, ਗੁਰੂ ਨਾਨਕ ਸਾਹਿਬ ਨੇ ਤਾਂ ਬਾਬਰ ਨੂੰ ਪਾਪ ਕੀ ਜੰਜ ਕਹਿਤਾ ਸੀ, ਕਿਸੇ ਨੇ ਕਤਲ ਨਹੀਂ ਕੀਤਾ,
ਠੀਕ ਹੈ। ਅੱਜ ਤੁਸੀਂ ਪੱਤਰਕਾਰਾਂ ਨੂੰ, ਜੋ ਕੋਈ ਬੰਦਾ ਸੱਚੇ ਦ੍ਰਿੜ ਪੱਤਰਕਾਰ ਨੇ, ਉਹਨਾਂ ਨੂੰ ਖਪਤੀ ਕਰ ਦਿੰਦੇ ਹੋ। ਇਹ ਅੱਜ ਵਿਵਸਥਾ ਬਹੁਤ ਮਾੜੀ ਆ। ਇਹ ਸਾਨੂੰ ਜਿਹੜੇ ਪੱਤਰਕਾਰ ਵੀ ਆ, ਜਿਹੜੇ ਲੋਕ ਸੁਹਿਰਦ ਨੇ, ਉਹਨਾਂ ਨੂੰ ਇਹ ਖਾਣਾ ਪਵੇਗਾ। ਦੂਜੀਆਂ ਜੋ ਅੱਜ ਕੱਲੀ ਜੇ ਬ੍ਰਾਹਮਣ ਜਾਤੀ ਜਾਂ ਜਾਤਵਾ ਨੂੰ ਅਸੀਂ ਉੱਪਰ ਚੁੱਕਿਆ ਜਾ ਰਿਹਾ, ਬਿਊਰੋਕ੍ਰੇਸੀ ਵਿੱਚ ਸਾਰਾ ਧੱਕੇ ਨਾਲ ਕੀਤਾ ਜਾ ਰਿਹਾ। ਇਹ ਬਹੁਤ ਵੱਡਾ ਰੁਝਾਨ ਆ, ਹਿੰਦੁਸਤਾਨ ਦੇ ਟੁਕੜੇ ਕਰ ਦੂਗਾ ਕਿਸੇ ਵਕਤ। ਇਹ ਟੁਕੜੇ ਕਰ ਦੂਗਾ। ਕਿਉਂ? ਅਸੀਂ ਉਹਨਾਂ ਨੂੰ ਜਾਤਾਂ 'ਚ ਵੰਡ, ਕਿਸੇ ਦੁਨੀਆ ਦੇ ਅੰਦਰ ਕੋਈ ਖਿੱਤਾ ਹੈ ਜਿੱਥੇ ਕੋਈ ਜਾਤਾਂ ਅਨੁਸਾਰ ਕੋਈ ਬ੍ਰਾਹਮਣ ਦੀ ਸਰਦਾਰੀ ਦਿੱਤੀ ਜਾਵੇ? ਕਿਸੇ ਵੇਲੇ ਅਕਾਲ ਤਖਤ ਦੇ ਜਥੇਦਾਰ ਪੂਰਨ ਸਿੰਘ ਨੇ ਵੀ ਬਚਿੱਤਰ ਨਾਟਕ ਦਾ ਹਵਾਲਾ ਦੇ ਕੇ ਗੱਲ ਬੜੇ ਠੋਕ ਵਜਾ ਕੇ ਆਖੀ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਤੇ ਜਿਹੜਾ ਉਹਨਾਂ ਦਾ ਸੋਢੀ ਬੰਸ ਲਵ ਕੁਸ਼ ਦੇ ਵਿੱਚੋਂ ਨਿਕਲਿਆ ਸੀ। ਸੋ ਉਸ ਵੇਲੇ ਕਾਫੀ ਕੰਟਰੋਵਰਸੀ ਹੋਈ ਸੀ ਕਿ ਅਕਾਲ ਤਖਤ ਜਥੇਦਾਰ ਨੇ ਬਿਆਨ ਦਿੱਤਾ। ਹੁਣ ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਪੂਰਨ ਸਿੰਘ ਜੀ ਕਿ ਜਿਹੜਾ ਸਿੱਖ ਜਿਹੜੇ ਸੰਸਥਾਵਾਂ ਨੇ, ਉਹਨਾਂ ਵਿੱਚ RSS ਦੀ ਘੁਸਪੈਠ ਕਿਸ ਹੱਦ ਤੱਕ ਵੱਧ ਚੁੱਕੀ ਤੁਹਾਡੇ ਰਾਏ ਮੁਤਾਬਕ, ਔਰ ਪੂਰਨ ਸਿੰਘ ਦਾ ਬਿਆਨ ਨੂੰ ਉਸ ਨੁਕਤੇ ਨਿਗਾਹ ਤੋਂ ਸਮਝਣਾ ਕਿੰਨਾ ਜ਼ਰੂਰੀ ਹੈ? ਦੇਖੋ, ਮੈਂ ਹੁਣ ਨਾਂ ਨਹੀਂ ਲਾਊਂਗਾ। ਉਹ ਇੰਸਪੈਕਟਰ ਜਨਰਲ ਪੁਲਿਸ ਰਿਟਾਇਰਡ IPS ਹੋਏ ਨੇ। ਉਹਨਾਂ ਨੇ ਮੈਨੂੰ 2002 'ਚ ਜਦੋਂ ਕਿਤੇ ਮੇਰੇ ਕੋਲ ਆਏ ਤੇ ਉਹਨਾਂ ਨੂੰ ਮੈਂ ਗੱਲ ਪੁੱਛੀ ਸੀ ਇਹ ਸ਼੍ਰੋਮਣੀ ਕਮੇਟੀ ਬਾਰੇ। ਉਹ ਕਹਿੰਦੇ ਜੀ 100% ਸ਼੍ਰੋਮਣੀ ਕਮੇਟੀ ਦੇ RS ਘੁਸਪੈਠ ਹੋ ਚੁੱਕੀ ਆ। ਠੀਕ ਹੈ। ਅੱਜ ਸਾਨੂੰ ਇਹ ਨਹੀਂ ਪਤਾ ਕੀ ਨਵਜੋਤ ਸਿੱਧੂ ਨੂੰ ਵੀ ਉਹ ਕਾਬੂ ਕਰਨ ਜਾਂ ਕੀਤਾ ਹੀ ਹੋਵੇ। ਸਾਨੂੰ ਉਹ ਬੰਦੇ ਨੂੰ ਉਹ ਤਰੀਕੇ ਲੱਭਦੇ ਨੇ। ਠੀਕ ਆ। ਇਹ ਸਾਨੂੰ ਸੁਚੇਤ ਹੋਣਾ ਪਵੇਗਾ। ਸਾਡੇ ਹਾਲ ਤੱਕ ਤਾਂ ਕਿਸੇ ਨੇ ਨਾ ਸ਼੍ਰੋਮਣੀ ਕਮੇਟੀ ਨੇ ਕੋਈ ਸਿੱਖਾਂ ਦਾ ਕੀਤਾ, ਨਾ ਨਾਨ ਸਿੱਖਾਂ ਦਾ ਕੀਤਾ। ਸਿੱਖਦੀ ਘਰ ਰੁਲਦੇ ਫਿਰਦੇ ਨੇ। ਜੋ ਕੰਮ ਅੱਜ ਖਾਲਸਾ ਏਡ ਕਰ ਰਹੀ ਹੈ, ਇਹ ਸ਼੍ਰੋਮਣੀ ਕਮੇਟੀ ਨੂੰ ਬਹੁਤ ਸਮਾਂ ਪਹਿਲਾਂ ਕਰ ਦੇਣਾ ਚਾਹੀਦਾ ਸੀ। ਲੋਕ ਭਲਾਈ ਲਈ ਕਰਦੇ, ਮੈਡੀਕਲ ਦੇ ਖੇਤਰ 'ਚ ਕਰਦੇ। ਇਹ ਸ਼੍ਰੋਮਣੀ ਕਮੇਟੀ ਬਣੀ ਇਸੇ ਲਈ ਸੀ। ਤੇ ਪਰ ਅੱਜ ਸ਼੍ਰੋਮਣੀ ਕਮੇਟੀ ਵਿੱਚ ਪਰਿਵਾਰਾਂ ਦੇ ਕਬਜ਼ੇ ਹੋ ਗਏ ਤੇ ਜੋ ਅੱਜ ਕਰੋੜਾਂ ਰੁਪਈਆ ਦਾ ਵਿਅਰਥ ਪਰਿਵਾਰਾਂ ਲਈ ਲੁੱਟਿਆ ਜਾ ਰਿਹਾ। ਇਹ ਸਾਨੂੰ ਤਾਂ, ਮੈਂ ਤਾਂ ਗੁਰਦੁਆਰੇ ਵੀ ਅਕਲੀ ਕੀਤੇ ਦਾਨ, ਮੈਂ ਤਾਂ ਉਹਦੇ ਹੱਕ 'ਚ ਵੀ ਨਹੀਂ। ਜੇ ਗੁਰਦੁਆਰਿਆਂ ਨੂੰ ਜਿਹੜਾ ਲੋਕ ਦਿੰਦੇ ਨੇ ਆਪਣੇ ਤੌਰ ਤੇ, ਜੇ ਗਰੀਬ ਲੋਕਾਂ ਦੀ ਭਲਾਈ ਕਰ ਸਕਦੇ ਨੇ, ਜੇ ਚੰਗੀਆਂ ਸੰਸਥਾਵਾਂ ਉਹਨਾਂ ਦੀ ਸਪੋਰਟ ਕਰਨ। ਤੇ ਇਹ ਘੁਸਪੈਠ ਹੋ ਚੁੱਕੀ ਆ। ਵਿਦੇਸ਼ੀ ਗੁਰਦੁਆਰਿਆਂ 'ਚ ਵੀ ਘੁਸਪੈਠ ਹੋ ਚੁੱਕੀ ਆ। ਤੇ ਇਹ ਸਾਨੂੰ ਸੁਚੇਤ ਹੋਣਾ ਪਵੇਗਾ। ਲੋਕਾਂ ਨੂੰ ਜਾਗਰਤੀ ਹੋਣੀ ਪਵੇਗੀ। ਅਸੀਂ ਖੜ ਕੇ, ਅਸੀਂ ਉਹਨਾਂ ਦੀ ਸੰਤਾਨ ਆ, ਗਦਰੀਆਂ ਦੀ, ਗੁਰੂ ਸਾਹਿਬ ਦੇ ਸੂਰਬੀਰਾਂ ਦੀ। ਕੋਈ ਸਾਨੂੰ ਡਟ ਕੇ ਖੜਨਾ ਪਵੇਗਾ। ਗਿਆਨੀ ਦਰ ਸਿੰਘ ਕੱਲੀ ਸੀਗੇ ਜਿਹਨੂੰ ਪ੍ਰਸ਼ਾਦ ਵੀ ਨਹੀਂ ਸੀ ਦਿੱਤਾ ਜਾਂਦਾ ਵੀ ਉਹ ਚਮਾਰ ਨੇ। ਅੱਜ ਕੌਮ ਬਚਾਉਣ ਵਾਲੇ ਉਹ ਬੰਦੇ ਨੇ ਸਿੰਘ ਸਭਾ ਲਹਿਰ ਖੜੀ ਕਰ ਦਿੱਤੀ। ਠੀਕ ਹੈ ਨਾ। ਸਾਨੂੰ ਉਸ ਤਰ੍ਹਾਂ ਦਾ ਕਦਮ ਉਠਾਉਣੇ ਪੈਣਗੇ, ਉਸ ਤਰ੍ਹਾਂ ਦੇ ਕਾਰਜ ਕਰਨੇ ਪੈਣਗੇ। ਪੂਰਨ ਸਿੰਘ ਜੀ, ਬਹੁਤ ਸ਼ੁਕਰੀਆ। ਅਸੀਂ ਬੜੇ ਇੱਕ ਬਹੁਤ ਇੰਪੋਰਟੈਂਟ ਵਿਸ਼ੇ 'ਤੇ ਸਾਡੇ ਨਾਲ ਗੱਲਬਾਤ ਕੀਤੀ। ਕੋਈ ਗੱਲ ਰਹਿ ਗਈ ਹੋਵੇ, ਮੈਂ ਪੁੱਛਣ ਤੋਂ ਖੁੰਝ ਗਿਆ ਹੋਵਾਂ, ਆਪਣੇ ਵੱਲੋਂ ਐਡ ਕਰਨੀ ਚਾਹੋ ਕਰ ਸਕਦੇ। ਇੱਕ ਕਿਤਾਬ ਹੋਰ ਦੇ ਦੇਣਾ ਜੇ ਤੁਸੀਂ। ਉਹ ਕਿਤਾਬ ਵੀ ਬੜੀ ਚੰਗੀ ਆ। ਇੱਕ ਗਿਆਨੀ ਲਾਲ ਸਿੰਘ ਹੋਇਆ ਸੰਗਰੂਰ ਵਾਲੇ, ਬੜੇ ਵਿਦਵਾਨ ਹੋਏ ਨੇ। ਉਹ ਤੇ ਇੱਕ ਕਿਤਾਬ ਉਹਨਾਂ ਦੀ ਸਿੱਖ ਧਰਮ ਅਤੇ ਅਨਹਿਮਤ, ਤੇ ਇਹ ਬਹੁਤ ਤਗੜੇ ਨੇ, ਉਸੇ ਕਾਲ ਦੇ ਅੰਦਰ ਹੀ ਹੋਏ ਨੇ। ਤੇ ਇਹ ਵੀ ਪੜ੍ਹਨੀ ਚਾਹੀਦੀ ਹੈ ਲੋਕਾਂ ਨੂੰ। ਜੇ ਹਮ ਹਿੰਦੂ ਨੇ ਉਹ ਵੀ ਪੜ੍ਹਨੀ ਚਾਹੀਦੀ, ਇਹ ਵੀ ਪੜ੍ਹਨੀ ਚਾਹੀਦੀ ਹੈ। ਬਹੁਤ ਸ਼ੁਕਰੀਆ ਪੂਰਨ ਸਿੰਘ ਜੀ। ਫਿਰ ਤੁਹਾਡਾ ਵੀ ਧੰਨਵਾਦ ਜੀ। ਓਕੇ।